गुड मॉर्निंग स्टूडेंट्स। बच्चों सरफेस केमिस्ट्री अगे देखियो। कल आप फ्रेडोलिक आइसोथर्म ते पढ़ ले, ग्राफ वगैरह पढ़ लिया है। गल आप अज देखियो अगे, अज आप ना एक टेबल ड्रा करते हैं जिहदे विच सस्पेंशन, कोलाइड ते ट्रू सोल्यूशन तिन्हां दा फर्क देखते हैं। अज आप की पढ़न लगे हैं? डिफरेंस बिटवीन true solution, colloids ਤੇ ਸਸਪੈਂਸ਼ਨ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ? ਟਰੂ ਸੋਲਿਊਸ਼ਨ ਜਿਹੜਾ ਹੁੰਦਾ ਨਾ, ਇਹ ਆਮ ਤੁਸੀਂ ਜਿਹੜਾ ਪਾਣੀ ਪੀਂਦੇ ਆ ਜਿਹੜਾ ਪਾਣੀ, ਉਹਨੂੰ ਤੁਸੀਂ ਟਰੂ ਸੋਲਿਊਸ਼ਨ ਕਹਿ ਸਕਦੇ ਆ, ਕਿਉਂਕਿ ਇਹਦੇ ਪਾਰਟੀਕਲ ਬੜੇ ਛੋਟੇ ਹੁੰਦੇ, ਸਲਿਊਟ ਦੇ ਪਾਰਟੀਕਲ। ਜਿੱਦਾਂ ਇਹਦੇ 'ਚ ਤੁਸੀਂ ਸ਼ੂਗਰ ਪਾ ਦਿਓ ਤਾਂ ਵੀ ਇਹ ਟਰੂ ਸੋਲਿਊਸ਼ਨ ਹੀ ਹੈ। ਜਿਹੜਾ ਕੋਲਾਇਡ ਹੈ ਨਾ, ਕੋਲਾਇਡ ਹੁੰਦਾ ਮਿਲਕ, ਜਿਵੇਂ ਮਿਲਕ ਹੋ ਗਿਆ, ਕੋਲਾਇਡ ਹੋ ਗਿਆ ਮਿਲਕ। ਅਤੇ ਸਸਪੈਂਸ਼ਨ ਹੁੰਦਾ ਕੋਈ ਮਡੀ ਵਾਟਰ ਕਹਿ ਲਓ, ਮਡੀ ਵਾਟਰ ਕਹਿ ਸਕਦੇ, ਜਾਂ ਰੇਤ ਵਾਲਾ ਪਾਣੀ, ਸੈਂਡ, ਇਹ 'ਚ ਸੈਂਡ ਹੋਵੇ ਕੋਈ, ਸੈਂਡ ਪਲੱਸ ਵਾਟਰ, ਇਹਨਾਂ ਨੂੰ ਰਲ ਕੇ ਸਸਪੈਂਸ਼ਨ ਬਣੂਗਾ। ਅਤੇ ਟਰੂ ਸੋਲਿਊਸ਼ਨ ਮੈਂ ਸਿੱਧਾ ਲਿਖ ਦਿੰਦਾ, ਸ਼ੂਗਰ ਪਾ ਦਿਓ, ਸਾਲਟ ਪਾ ਦਿਓ ਵਾਟਰ ਦੇ ਵਿੱਚ, ਅਤੇ ਉਹ ਟਰੂ ਸੋਲਿਊਸ਼ਨ ਬਣ ਜਾਂਦਾ। ਹੁਣ ਤਿੰਨਾਂ 'ਚ ਇੰਨਾ ਕੁ ਤਾਂ ਫਰਕ ਆਪਾਂ ਛੋਟੀ ਕਲਾਸ ਵਾਲਾ ਨਹੀਂ ਲਿਖ ਸਕਦੇ। ਜਿੱਦਾਂ ਦਾ ਸਾਡਾ ਸਟੈਂਡਰਡ ਹੈ, +2 ਕਲਾਸ ਹੈ, ਸਾਨੂੰ ਇੱਕ ਟੇਬਲ ਡਰਾ ਕਰਦੇ ਵਧੀਆ ਜਿਹਾ। ਉਸ ਟੇਬਲ ਦਾ ਇੱਕ ਕਾਲਮ ਆਪਾਂ ਰੱਖ ਲੈਂਦੇ ਸੀਰੀਅਲ ਨੰਬਰ, ਦੂਸਰਾ ਕਾਲਮ ਆਪਾਂ ਕਿਹਦੇ ਬੇਸ 'ਤੇ ਗੱਲ ਕਰਦੇ ਪਏ, ਕਿਹੜੀ ਪ੍ਰੋਪਰਟੀ ਡਿਸਕਸ ਕਰਦੇ ਪਏ, ਉਹ ਦੇਖਾਂਗੇ। ਫਿਰ ਆਪਾਂ ਤਿੰਨੇ ਲਿਖ ਲੈਂਦੇ, ਇੱਕ ਹੈਗਾ ਹੀ ਟਰੂ ਸੋਲਿਊਸ਼ਨ, ਦੂਸਰਾ ਹੈਗਾ ਹੀ ਕੋਲਾਇਡਸ, ਅਤੇ ਤੀਸਰਾ ਹੈਗਾ ਹੀ ਸਸਪੈਂਸ਼ਨ। ਇਹਨਾਂ ਨੂੰ ਆਪਾਂ ਡਿਸਕਸ ਕਰੀਏ। ਸੀਰੀਅਲ ਨੰਬਰ ਫਸਟ, ਕਿਹੜੀ ਪ੍ਰੋਪਰਟੀ ਆਪਾਂ ਡਿਸਕਸ ਕਰਾਂਗੇ? ਇਹਨਾਂ ਦਾ ਸਾਈਜ਼। ਜਿੱਦਾਂ ਇਹਨਾਂ ਦੇ ਵਿੱਚ ਆ ਜਿਹੜੇ ਪਾਰਟੀਕਲ ਨੇ ਛੋਟੇ ਛੋਟੇ, ਇਹਨਾਂ ਦਾ ਸਾਈਜ਼ ਕਿੱਡਾ ਕੁ ਹੁੰਦਾ ਏ? ਆ ਜਿਹੜੇ ਪਾਰਟੀਕਲ ਆ, ਇਹ ਆ ਗਿਆ ਸਾਡੀ ਪਹਿਲੀ ਪ੍ਰੋਪਰਟੀ ਆ ਗਈ ਪਾਰਟੀਕਲ ਸਾਈਜ਼। ਜਿੱਦਾਂ ਤੁਸੀਂ ਕਦੀ ਜਿਹੜੇ ਗਲਾਸ 'ਚ ਤੁਸੀਂ ਪਾਣੀ ਪਾਇਆ, ਇਹ ਪਾਣੀ ਵੱਲ ਧਿਆਨ ਨਾਲ ਵੇਖਿਓ, ਤੁਹਾਨੂੰ ਕਦੀ ਇਹਨਾਂ ਨੇ ਦਿਖਣਾ ਹੀ ਨਹੀਂ। ਜਿਹੜੇ ਛੋਟੇ ਛੋਟੇ ਪਾਰਟੀਕਲ ਹੋਣਗੇ ਕਦੀ ਨਹੀਂ ਵਿਜ਼ੀਬਲ ਹੁੰਦੇ। ਅਤੇ ਟਰੂ ਸੋਲਿਊਸ਼ਨ ਦੇ ਜਿਹੜੇ ਪਾਰਟੀਕਲ ਹੁੰਦੇ, ਉਹਨਾਂ ਦਾ ਸਾਈਜ਼ ਹੁੰਦਾ ਵਾ 10⁻⁷ ਸੈਂਟੀਮੀਟਰ ਤੋਂ ਛੋਟਾ, ਲੈਸ ਦੈਨ 10⁻⁷ ਸੈਂਟੀਮੀਟਰ। ਆ ਜੋ ਮੈਂ ਵੈਲਿਊਸ ਲਿਖਾਊਂਗਾ ਇਹਨਾਂ ਨੂੰ ਧਿਆਨ ਨਾਲ ਯਾਦ ਕਰਿਓ। ਇਹ 10⁻⁷ ਸੈਂਟੀਮੀਟਰ ਤੋਂ ਛੋਟੇ ਹੁੰਦੇ ਨੇ। ਬਹੁਤ ਜ਼ਿਆਦਾ ਛੋਟੇ ਆ, ਤੁਸੀਂ ਮਾਈਕਰੋਸਕੋਪ ਜਿੰਨਾ ਮਰਜ਼ੀ ਵਧੀਆ ਲੈ ਕੇ ਆਓ ਤਾਂ ਵੀ ਨਹੀਂ ਦਿਖਣੇ। ਇਹ ਇੰਨੀ ਟੈਕਨੋਲੋਜੀ ਐਡਵਾਂਸ ਵਿੱਚ ਹੋਈ ਨਹੀਂ ਵੀ ਆਪਾਂ ਇਸ ਪਾਣੀ ਦੇ ਪਾਰਟੀਕਲ ਨੂੰ ਦੇਖ ਸਕੀਏ। ਸਾਨੂੰ ਤਾਂ ਉਹ ਲੀਕਵਿਡ ਜਿਹਾ ਇੱਕ ਸਮਾਨ ਹੀ ਲੱਭਦਾ, ਪਾਰਟੀਕਲ ਦਿਖਦੇ ਹੀ ਨਹੀਂ, ਕਿਉਂਕਿ ਉਹਨਾਂ ਦਾ ਸਾਈਜ਼ ਇੰਨਾ ਛੋਟਾ। ਨਾ ਤਾਂ ਆਪਾਂ ਅੱਖਾਂ ਨਾਲ ਦੇਖ ਸਕਦੇ, ਨਾ ਆਪਾਂ ਕਿਸੇ ਮਾਈਕਰੋਸਕੋਪ ਨੂੰ ਲਿਆ ਕੇ ਫਿਰ ਆਪਾਂ ਦੇਖ ਸਕਦੇ, ਨਹੀਂ ਦੇਖ ਸਕਦੇ ਆਪਾਂ ਉਹਨਾਂ ਨੂੰ। ਜਿਹੜੇ ਕੋਲਾਈਡ ਹੁੰਦੇ ਨਾ, ਮਿਲਕ ਦੇ ਪਾਰਟੀਕਲ, ਇਹ ਮਾਈਕਰੋਸਕੋਪ ਨਾਲ ਦਿਖ ਜਾਂਦੇ ਨੇ, ਉੱਦਾਂ ਤਾਂ ਨਹੀਂ ਦਿਖਦੇ, ਮਾਈਕਰੋਸਕੋਪ ਨਾਲ ਦਿਖ ਜਾਂਦੇ। ਕਾਰਨ ਕੀ ਆ? ਇਹ 10⁻⁷ ਤੋਂ ਲੈ ਕੇ 10⁻⁵ ਤੱਕ ਪਹੁੰਚ ਜਾਂਦੇ ਨੇ, ਅਤੇ ਆਪਾਂ -5 ਵਾਲੇ ਮਾਈਕਰੋਸਕੋਪ ਨਾਲ ਦੇਖ ਸਕਦੇ। ਸੈਂਟੀਮੀਟਰ ਹੀ ਲਿਖਿਓ, ਠੀਕ ਹੈ। 10⁻⁷ ਤੋਂ ਇਹ ਥੋੜ੍ਹੇ ਕੁ ਵੱਡੇ ਹੋ ਜਾਂਦੇ, ਅਤੇ ਆ ਵੱਡਾ ਨੰਬਰ ਆ, ਇਹ ਨਾ ਸੋਚੋ 7 ਤੋਂ ਇਹ ਛੋਟਾ ਵਾ, ਨੈਗੇਟਿਵ ਪਾਵਰ ਵੱਡੀ ਹੁੰਦੀ। ਇਹ -7 ਤੋਂ ਵੱਡੇ ਹੁੰਦੇ -5 ਤੱਕ ਪਹੁੰਚ ਜਾਂਦੇ। ਅੱਖਾਂ ਨਾਲ ਨਹੀਂ ਦੇਖਦੇ, ਆਪਾਂ ਮਾਈਕਰੋਸਕੋਪ ਨਾਲ ਜ਼ਰੂਰ ਦੇਖ ਸਕਦੇ। ਜਿਹੜੀ ਸਸਪੈਂਸ਼ਨ ਜਿਹੜੀ ਆ, ਇਹ ਇਹਦੇ ਤੋਂ ਵੱਡੀ ਹੋਣ ਡੈ ਪੈਣੀ। 10⁻⁵ ਸੈਂਟੀਮੀਟਰ ਤੋਂ ਇਹ ਕਿੱਥੋਂ ਤੱਕ ਪਹੁੰਚ ਜਾਣੀ ਆ? ਅੱਗੇ ਗ੍ਰੇਟਰ ਦੈਨ, ਠੀਕ ਹੈ, ਇਹ ਤੋਂ ਅੱਗੇ ਹੋਊਗੀ। ਜਿੱਦਾਂ -4 ਹੋ ਸਕਦਾ, -3 ਹੋਊਗੀ, ਮੋਰ ਲਿਖ ਦਿੰਨੇ। ਘੱਟ ਤੋਂ ਘੱਟ ਇੰਨੀ, ਅਤੇ ਵੱਧ ਤੋਂ ਵੱਧ ਅੱਗੇ ਚੱਲ ਜਾਣੀ, ਅਤੇ ਸਾਨੂੰ ਬਿਨਾਂ ਮਾਈਕਰੋਸਕੋਪ ਤੋਂ ਹੀ ਦਿਖੀ ਜਾਂਦੇ ਨੇ। ਹੋ ਗਿਆ ਨਾ ਕਲੀਅਰ?
ਸੋਲਿਊਸ਼ਨ ਜਿਹੜਾ ਟਰੂ ਸੋਲਿਊਸ਼ਨ ਆ ਉਹਦਾ ਪਾਰਟੀਕਲ ਬਹੁਤ ਛੋਟਾ, ਕੋਲਾਈਡ ਦਾ ਥੋੜ੍ਹਾ ਕੁ ਵੱਡਾ ਆ ਅਤੇ ਮਾਈਕਰੋਸਕੋਪ ਨਾਲ ਦਿਖਣ ਡੈ ਪਿਆ। ਸਸਪੈਂਸ਼ਨ ਦਾ ਹੋਰ ਵੱਡਾ ਹੋ ਗਿਆ, ਨੇਕਡ ਆਈ ਨਾਲ ਹੀ ਦਿਖਣ ਡੈ ਪਿਆ, ਮਾਈਕਰੋਸਕੋਪ ਤੋਂ ਬਿਨਾਂ ਹੀ ਲੱਭ ਜਾਂਦਾ ਸਾਨੂੰ। ਸੈਕਿੰਡ ਵਿਜ਼ੀਬਿਲਿਟੀ, ਦੂਜੀ ਪ੍ਰੋਪਰਟੀ। ਹੁਣ ਤਾਂ ਜਿੱਦਾਂ ਤੁਸੀਂ ਮੈਚਿਓਰ ਹੋ ਗਏ ਆ ਅਤੇ ਤੁਹਾਨੂੰ ਤਾਂ ਆਹ ਚੀਜ਼ਾਂ ਆਪੇ ਕਲੀਅਰ ਹੋਣੀਆਂ ਚਾਹੀਦੀਆਂ। ਜੇ ਸਾਈਜ਼ ਵੱਡਾ ਵਾ ਤਾਂ ਵਿਜ਼ੀਬਲ, ਆ ਮਾਈਕਰੋਸਕੋਪ ਨਾਲ ਵਿਜ਼ੀਬਲ ਅਤੇ ਆ ਵਿਜ਼ੀਬਲ ਹੁੰਦੇ ਹੀ ਨਹੀਂ। ਠੀਕ ਹੈ, ਫਿਰ ਆਪਾਂ ਇੱਥੇ ਕਹਿ ਸਕਦੇ ਹਾਂ ਨੋਟ ਵਿਜ਼ੀਬਲ ਵਿਦ ਐਨੀ ਆਪਟੀਕਲ ਇੰਸਟਰੂਮੈਂਟ ਆਪਾਂ ਕਹਿ ਸਕਦੇ ਜਿੱਦਾਂ ਮਾਈਕਰੋਸਕੋਪ ਹੋ ਗਿਆ, ਕੋਈ ਹੋਰ ਡਿਵਾਈਸਿਸ ਉਹਨਾਂ ਦੇ ਨਾਲ ਇਹ ਨਹੀਂ ਦਿਖਦੇ। ਆਪਟੀਕਲ ਇੰਸਟਰੂਮੈਂਟ, ਕੋਲਾਈਡ ਜਿਹੜੇ ਉਹਨਾਂ ਨਾਲ ਦਿਖ ਜਾਂਦੇ ਮਾਈਕਰੋਸਕੋਪ ਨਾਲ। ਮਾਈਕਰੋਸਕੋਪ ਵੀ ਵਧੀਆ ਹੋਣੇ ਚਾਹੀਦੇ ਕਾਫੀ। ਵਿਜ਼ੀਬਲ ਵਿਦ ਅਲਟਰਾ ਮਾਈਕਰੋਸਕੋਪ, ਜਿਨ੍ਹਾਂ 'ਚ ਲੈਂਸ ਵਧੀਆ ਹੋਣ, ਲਾਈਟਿੰਗ ਵਧੀਆ ਹੋਵੇ, ਉਹਨਾਂ ਨਾਲ ਦੇਖ ਸਕਦੇ। ਸਿੰਪਲ ਮਾਈਕਰੋਸਕੋਪ ਨਾਲ ਨਹੀਂ ਦਿਖਦੇ। ਅਤੇ ਇਹ ਤਾਂ ਅੱਖਾਂ ਨਾਲ ਹੀ ਦਿਖ ਜਾਂਦੇ ਸਿੱਧੇ। ਵਿਜ਼ੀਬਲ ਵਿਦ ਨੇਕਡ ਆਈ, ਇਹ ਤਾਂ ਆਮ ਜਿਹੀਆਂ ਗੱਲਾਂ ਹੀ ਆ ਨਾ। ਮਿਲਕ ਵਗੈਰਾ ਤੁਹਾਡੇ ਘਰਾਂ 'ਚ ਹੁੰਦਾ ਹੀ ਆ, ਪਾਣੀ ਵੀ ਹੁੰਦਾ ਵਾ, ਆ ਵੀ ਚੀਜ਼ਾਂ ਬਣਾ ਸਕਦੇ ਹਾਂ ਆਪਾਂ। ਇਹ ਤਾਂ ਉੱਦਾਂ ਵੀ ਰੇਤ ਜੀ ਤਾਂ ਸਿੱਧੀ ਦਿਖੀ ਜਾਂਦੀ। ਜਿਹੜੇ ਮਿਲਕ ਦੇ ਕਾਣੇ ਆ ਉਹ ਮਾਈਕਰੋਸਕੋਪ ਨਾਲ ਦਿਖਣੇ ਅਤੇ ਆ ਨਹੀਂ ਦਿਖਦੇ ਪਾਣੀ ਵਗੈਰਾ ਦੇ। ਥਰਡ ਪ੍ਰੋਪਰਟੀ ਆਪਾਂ ਡਿਸਕਸ ਕਰਦੇ ਹਾਂ ਸੈਪਰੇਸ਼ਨ। ਜਿਹੜਾ ਸੋਲਿਊਸ਼ਨ ਹੁੰਦਾ, ਆ ਵੀ ਸੋਲਿਊਸ਼ਨ ਹੀ ਆ। ਜਦੋਂ ਦੋ ਚਾਰ ਚੀਜ਼ਾਂ ਮਿਕਸ ਹੋ ਜਾਂਦੀਆਂ ਸੋਲਿਊਸ਼ਨ ਹੀ ਹੁੰਦਾ, ਅਤੇ ਆ ਵੀ ਸੋਲਿਊਸ਼ਨ ਹੀ ਆ। ਜਦੋਂ ਮਿਕਸ ਹੋ ਜਾਣ ਦੋ ਚੀਜ਼ਾਂ ਸੋਲਿਊਸ਼ਨ ਹੁੰਦਾ। ਸੋਲਿਊਸ਼ਨ ਦੀ ਟਾਈਪ ਹੈ ਸਸਪੈਂਸ਼ਨ, ਆ ਕੋਲਾਈਡ, ਅਤੇ ਇਹਨੂੰ ਟਰੂ ਸੋਲਿਊਸ਼ਨ ਆਪਾਂ ਬੋਲਾਂਗੇ। ਅਤੇ ਸੋਲਿਊਸ਼ਨ ਤੁਹਾਨੂੰ ਪਤਾ ਹੀ ਹੈ ਕਾਹਦਾ ਬਣਿਆ ਹੁੰਦਾ, ਸੋਲਿਊਟ ਅਤੇ ਸੋਲਵੈਂਟ ਦਾ। ਹੁਣ ਜੇਕਰ ਤੁਸੀਂ ਸੈਪਰੇਟ ਕਰਨਾ ਹੋਵੇ, ਸੈਪਰੇਟ ਕਿੱਦਾਂ ਕਰ ਸਕਦੇ? ਤੁਸੀਂ ਫਿਲਟਰ ਪੇਪਰ ਨਾਲ, ਜਿੱਦਾਂ ਛਾਨਣੀ ਨਾਲ ਛਾਣ ਸਕਦੇ ਨਾ ਆਪਾਂ। ਫਿਲਟਰ ਪੇਪਰ ਉਹੀ ਹੁੰਦਾ ਏ। ਘਰਾਂ ਦੇ ਵਿੱਚ ਫਿਲਟਰ ਕੀ ਹੈ? ਇੱਕ ਪੌਣੀ ਫਿਲਟਰ ਆ, ਅਤੇ ਫਿਲਟਰ ਪੇਪਰ 'ਤੇ ਇਹਦੇ ਕੰਮ ਚੱਲ ਜਾਣਾ। ਰੇਤ ਅਤੇ ਪਾਣੀ ਅੱਡ ਅੱਡ ਹੋ ਜਾਣਗੇ, ਸੈਪਰੇਟ ਹੋ ਸਕਦੇ। ਪੋਸੀਬਲ ਹੈਗਾ। ਅਤੇ ਤੁਸੀਂ ਕਦੀ ਦੁੱਧ ਨੂੰ ਪੁਣ ਕੇ ਦੇਖਦੇ ਅਤੇ ਉਹ ਸਾਰਾ ਥੱਲੇ ਹੀ ਨਿਕਲ ਜਾਂਦਾ, ਉੱਪਰ 'ਤੇ ਕੁਝ ਵੱਖਰਾ ਲੱਭਦਾ ਹੀ ਨਹੀਂ। ਨੋਟ ਪੋਸੀਬਲ। ਅਤੇ ਆਹ ਜਿਹੜਾ ਟਰੂ ਸੋਲਿਊਸ਼ਨ ਇਹਦਾ ਤਾਂ ਕਦੀ ਵੀ ਨਹੀਂ ਪੋਸੀਬਲ ਹੋਣਾ। ਨੋਟ ਪੋਸੀਬਲ। ਉਸ ਤੋਂ ਬਾਅਦ ਅੱਗੇ ਹੈਗਾ ਵਾ ਵਿਦ ਮੈਂਬਰੇਨ ਹੁੰਦੀ ਜਿਹਦੇ 'ਚ ਹੋਲ ਬਹੁਤ ਘੱਟ ਹੁੰਦੇ। RO ਦੇ ਵਿੱਚ ਲੱਗੀ ਹੁੰਦੀ ਇੱਕ ਛਾਨਣੀ ਜੀ ਆ, ਜਿਹੜੀ ਬਹੁਤ ਬਰੀਕ ਸੁਰਾਖ ਆ ਉਹਦੇ। ਮੈਂਬਰੇਨ ਨਾਲ ਆ ਤਾਂ ਪੱਕਾ ਹੀ ਹੈ ਨਾ ਪੋਸੀਬਲ। ਅਤੇ ਕਿਤੇ ਨਾ ਕਿਤੇ ਆ ਵੀ ਪੋਸੀਬਲ ਹੈ। ਜਿੱਦਾਂ ਮਿਲਕ 'ਚੋਂ ਪਾਣੀ ਜਿਹਾ ਅੱਡ ਹੋ ਜੇ ਅਤੇ ਪਨੀਰ ਅੱਡ ਹੋ ਜੇ, ਕੁਝ ਆਪਾਂ ਇਹਦਾ ਵੱਖਰਾ ਜਿਹਾ ਕਰ ਲਈਏ ਕਿਸੇ ਤਰੀਕੇ ਨਾਲ, ਪਰ ਆ ਹਜੇ ਵੀ ਉਹ ਆਪਣੇ ਸਟੈਂਡ 'ਤੇ ਹੀ ਆ, ਨੋਟ ਪੋਸੀਬਲ। ਇਹਨੂੰ ਨਾ ਤਾਂ ਆਪਾਂ ਦੇਖ ਸਕਦੇ, ਨਾ ਇਹਦੇ ਪਾਰਟੀਕਲ ਵੱਖਰੇ ਆਪਾਂ ਕਰ ਸਕਦੇ। ਫੋਰਥ ਪ੍ਰੋਪਰਟੀ ਹੈਗੀ ਆ, ਜਿੱਦਾਂ ਕਹਿ ਲਈਏ ਡਿਫਿਊਜ਼ ਹੋਣਾ ਹੁੰਦਾ, ਮਿਕਸ ਹੋਣਾ। ਜੇਕਰ ਆਪਾਂ ਗੱਲ ਕਰੀਏ ਸਸਪੈਂਸ਼ਨ ਦੀ, ਰੇਤ ਕਦੀ ਪਾਣੀ 'ਚ ਨਹੀਂ ਘੁਲਦੀ। ਡੂ ਨੋਟ ਡਿਫਿਊਜ਼, ਘੁਲਦੇ ਨਹੀਂ ਆ, ਡਿਫਿਊਜ਼ ਨਹੀਂ ਹੁੰਦੇ। ਅਤੇ ਇਹ ਜੇਕਰ ਆਪਾਂ ਵੇਖੀਏ, ਇਹ ਡਿਫਿਊਜ਼ ਹੋ ਜਾਂਦੇ ਕੋਲਾਈਡ। ਡਿਫਿਊਜ਼ ਕਹਿ ਸਕਦੇ ਆਪਾਂ, ਹੌਲੀ ਇਹਨਾਂ ਨੇ ਘੁਲਣਾ ਹੁੰਦਾ, ਵੈਰੀ ਸਲੋਲੀ। ਜਾਂ ਤੁਸੀਂ ਇੱਦਾਂ ਦੇਖ ਲਿਓ, ਜਿੱਦਾਂ ਆਹ ਗਲਾਸ ਆ, ਇੱਥੇ ਪਾਣੀ ਆ। ਪਾਣੀ ਦੇ ਵਿੱਚ ਤੁਸੀਂ ਇੱਕ ਤੁਬਕਾ ਜਿਹੜਾ ਵਾ ਵਾਈਟ ਮਿਲਕ ਜਿਹਾ ਪਾ ਦਿਓ, ਆਹ ਮਿਲਕ ਹੋ ਗਿਆ। ਅਤੇ ਮਿਲਕ ਜਿਹੜਾ ਨਾ ਪਹਿਲੋਂ ਇੱਦਾਂ ਹੌਲੀ ਜਿਹੀ, ਪਾਣੀ ਰਹਿੰਦਾ ਹੀ ਆ ਵੱਖਰਾ, ਹੌਲੀ ਜਿਹੀ ਆਪਣਾ ਜਿਹੜਾ ਅਸਰ ਜਿਹਾ ਵਿਖਾਉਣ ਡੈ ਪੈਂਦਾ, ਫਿਰ ਹੌਲੀ ਸਾਰਾ ਪਾਣੀ ਚਿੱਟਾ ਹੋ ਜਾਂਦਾ। ਵੀ ਇਹ ਡਿਫਿਊਜ਼ ਹੋ ਜਾਂਦਾ, ਘੁਲ ਜਾਂਦਾ, ਪਰ ਹੌਲੀ ਹੁੰਦਾ। ਜ਼ਰੂਰੀ ਨਹੀਂ ਮਿਲਕ ਹੀ ਤੁਸੀਂ ਇਨਕ, ਆ ਜਿਹੜੀ ਇਨਕ ਹੁੰਦੀ ਆ, ਇਹਦੇ ਵਿੱਚੋਂ ਰਿਫਲ ਦੇ ਵਿੱਚੋਂ ਇੱਕ ਡਰੋਪ ਇਨਕ ਦੀ ਪਾਣੀ 'ਚ ਪਾ ਕੇ ਵੇਖਿਓ, ਉਹ ਹੌਲੀ ਘੁਲਦੀ ਪੂਰਾ ਘੁਲ ਜਾਂਦੀ। ਠੀਕ। ਉਸ ਤੋਂ ਬਾਅਦ ਇਹ ਜਿਹੜੇ ਆ, ਇਹ ਤਾਂ ਆਪਾਂ ਕਹਿ ਸਕਦੇ ਹਾਂ ਰੈਪਿਡਲੀ ਕਹਿ ਸਕਦੇ ਵੀ ਝੱਟ ਹੀ ਘੁਲ ਜਾਂਦੇ। ਪਾਣੀ ਪਾਓ ਦੂਜੇ ਪਾਣੀ ਦੇ ਵਿੱਚ, ਲੱਭਦਾ ਹੀ ਨਹੀਂ ਵੀ ਪਾਇਆ ਸੀ ਕਿ ਨਹੀਂ ਪਾਇਆ ਸੀ, ਘੁਲ ਜਾਂਦਾ ਜਲਦੀ।
ਰੈਪਿਡਲੀ। 4 ਪ੍ਰੋਪਰਟੀਜ਼ ਡਿਸਕਸ ਹੋ ਗਈਆਂ। ਉਸ ਤੋਂ ਬਾਅਦ ਆਪਾਂ ਨੇਚਰ ਇਹਨਾਂ ਦਾ ਲਿਖ ਲਈਏ। 5th ਨੇਚਰ ਸੁਣਿਆ ਨਾ ਤੀ ਹੋਮੋਜੀਨੀਅਸ ਅਤੇ ਹੈਟਰੋਜੀਨੀਅਸ। ਟਰੂ ਸੋਲਿਊਸ਼ਨ ਹੁੰਦਾ ਹੋਮੋਜੀਨੀਅਸ, ਬਾਕੀ ਆ ਦੋਨੋਂ ਹੈਟਰੋਜੀਨੀਅਸ ਹੁੰਦੇ ਨੇ। ਮੈਨੂੰ ਨਹੀਂ ਲੱਗਦਾ ਇਹਨੂੰ ਐਕਸਪਲੇਨ ਕਰਨ ਦੀ ਲੋੜ ਆ, ਕਿਉਂਕਿ ਇਹ ਤਾਂ ਤੁਸੀਂ 9th 10th ਤੋਂ ਹੀ ਦੇਖਦੇ ਹੋਨੇ। ਫਿਰ ਵੀ ਜੇ ਤੁਹਾਨੂੰ ਲੱਗਦਾ ਮੈਂ ਦੱਸ ਦਿੰਦਾ, ਜਿੱਦਾਂ ਤੁਸੀਂ ਪਾਣੀ ਦੇ ਵਿੱਚ ਸ਼ੂਗਰ ਪਾ ਦਿਓ, ਸ਼ੂਗਰ ਪਾਤੀ ਅਤੇ ਕੁਝ ਚਿਰ ਬਾਅਦ ਵੇਖੋਗੇ ਸ਼ੂਗਰ ਪੂਰੀ ਤਰ੍ਹਾਂ ਰਲ ਜਾਂਦੀ, ਅਤੇ ਬਾਹਰੋਂ ਦੀ ਦੇਖੋਗੇ ਕਦੀ ਤੁਹਾਨੂੰ ਵੱਖਰਾ ਵੱਖਰਾ ਕੁਝ ਨਹੀਂ ਲੱਭਣਾ, ਇੱਕ ਸਮਾਨ ਸੋਲਿਊਸ਼ਨ ਲੱਭਣਾ। ਜੇ ਇੱਕ ਸਮਾਨ ਲੱਭੇ ਤਾਂ ਉਹ ਹੋਮੋਜੀਨੀਅਸ ਹੁੰਦਾ, ਜੇ ਇੱਕ ਸਮਾਨ ਨਹੀਂ ਲੱਭਦਾ ਤਾਂ ਉਹ ਹੈਟਰੋਜੀਨੀਅਸ ਹੁੰਦਾ। ਇਹ ਨਾ ਸੋਚਿਓ ਮਿਲਕ ਹੈਟਰੋਜੀਨੀਅਸ ਕਿੱਦਾਂ, ਉਹ ਵੀ ਇੱਕ ਸਮਾਨ ਹੁੰਦਾ, ਪਰ ਮਿਲਕ ਜਿਹੜਾ ਵਾ ਉਹਦੇ ਪਾਰਟੀਕਲ ਦਾ ਸਾਈਜ਼ ਵੱਡਾ ਏ ਇਹਦੇ ਨਾਲੋਂ, ਅਤੇ ਉਹ ਹੈਟਰੋਜੀਨੀਅਸ ਦੀ ਕੈਟੇਗਰੀ 'ਚ ਆਉਣਾ, ਅਤੇ ਆ ਵੀ ਹੈਟਰੋਜੀਨੀਅਸ ਦੀ ਕੈਟੇਗਰੀ 'ਚ ਆਊਗਾ। ਇਹ ਤਾਂ ਰੇਤ ਪਤਾ ਹੀ ਆ ਵੱਖਰੀ ਵੱਖਰੀ ਰਹਿੰਦੀ। 6th ਆ ਗਿਆ ਟਿੰਡਲ ਇਫੈਕਟ। ਟਿੰਡਲ ਇਫੈਕਟ ਕੀ ਹੁੰਦਾ, ਆਪਾਂ ਕੀ ਕਰਨਾ ਹੁੰਦਾ, ਜਿੱਦਾਂ ਇਹੋ ਹੈਗਾ ਟਰੂ ਸੋਲਿਊਸ਼ਨ, ਇਹਦੇ 'ਤੇ ਲਾਈਟ ਪਾ ਕੇ ਵੇਖਣੀ। ਜੇ ਤੇ ਰੌਸ਼ਨੀ ਦਾ ਪਾਥ ਵਿਜ਼ੀਬਲ ਹੋ ਗਿਆ ਟਿੰਡਲ ਇਫੈਕਟ ਸ਼ੋ ਹੋਣਾ, ਨਹੀਂ ਤੇ ਨਹੀਂ ਹੋਣਾ। ਆਪਾਂ ਤਿੰਨਾਂ 'ਤੇ ਪਾ ਕੇ ਵੇਖੀ। ਮਿਲਕ ਜਿਹੜਾ ਸੀ, ਮਿਲਕ 'ਤੇ ਵੀ ਲਾਈਟ ਪਾ ਕੇ ਵੇਖੀ ਅਤੇ ਜਿਹੜਾ ਰੇਤ ਵਾਲਾ ਪਾਣੀ ਸੀ ਉਹਦੇ 'ਤੇ ਵੀ ਲਾਈਟ ਪਾ ਕੇ ਵੇਖੀ। ਜਿਹੜਾ ਤੇ ਹੈਗਾ ਮਿਲਕ, ਉਹਦੇ ਵਿੱਚ ਰੌਸ਼ਨੀ ਦਾ ਰਸਤਾ ਜਿਹੜਾ ਵਾ ਉਹ ਪੂਰਾ ਵਿਜ਼ੀਬਲ ਹੋ ਗਿਆ। ਫਿਰ ਇਹਨੇ ਸ਼ੋ ਕੀਤਾ ਟਿੰਡਲ ਇਫੈਕਟ। ਇਹ ਸ਼ੋ ਕਰੂਗਾ, ਪੂਰਾ ਕਲੀਅਰ ਸ਼ੋ ਕਰਦਾ। ਅਤੇ ਜਿਹੜਾ ਰੇਤ ਹੁੰਦਾ ਨਾ, ਇਹਦੇ ਪਾਰਟੀਕਲ ਬੜੇ ਵੱਡੇ ਆ, ਇਹ ਸ਼ੋ ਕਰ ਵੀ ਸਕਦੇ ਅਤੇ ਨਹੀਂ ਵੀ ਸ਼ੋ ਕਰ ਸਕਦੇ। ਮੇ ਔਰ ਮੇ ਨੋਟ ਸ਼ੋ, ਆਪਾਂ ਇੱਥੇ ਲਿਖ ਦਿੰਦੇ ਮੇ ਨੋਟ ਸ਼ੋ, ਵੀ ਇੱਥੇ ਕੋਈ ਐਗਜ਼ੈਕਟ ਨਹੀਂ ਆ, ਕਿਉਂਕਿ ਕਈ ਵਾਰ ਰੇਤ ਦੇ ਕਣ ਜਿਹੜੇ ਪਤਲੇ ਉਹ ਤਾਂ ਸ਼ੋ ਕਰ ਦੇਣਗੇ, ਜ਼ਿਆਦਾ ਵੱਡੇ ਸ਼ੋ ਨਹੀਂ ਕਰਦੇ। ਅਤੇ ਇਹ ਜਿਹੜਾ ਸ਼ੁਰੂ ਵਾਲਾ ਇਹਨੇ ਤਾਂ ਕਦੀ ਵੀ ਨਹੀਂ ਵਿਜ਼ੀਬਲ ਕਰਾਉਣਾ, ਬਹੁਤ ਛੋਟੇ ਨੇ। ਨੋਟ ਸ਼ੋ ਟਿੰਡਲ ਇਫੈਕਟ। ਠੀਕ ਹੈ, 6 ਪੁਆਇੰਟ ਬਹੁਤ ਨੇ, ਇੰਨੇ ਦੇਖ ਲਿਓ ਕਲੀਅਰਲੀ। ਥੈਂਕ ਯੂ।